ਹਾਲੇਲੂਇਆ। ਪਾਸਟਰ ਜੀ ਇਸ ਬ੍ਰਦਰ ਦਾ ਨਾਮ ਵਿਨੋਦ ਕੁਮਾਰ ਹੈ, ਹਰਿਆਣਾ ਦੇ ਰਹਿਣ ਵਾਲੇ ਸੀ। ਪਾਸਟਰ ਜੀ ਇਹ ਬ੍ਰਦਰ ਨੇ ਤਾਂ ਆਪਣੀ ਗਵਾਹੀ ਦੇ ਵਿੱਚ ਦੱਸਿਆ ਕਿ ਪਿਛਲੇ 30 ਸਾਲ ਤੋਂ ਇਹ ਸ਼ਰਾਬ ਦਾ ਨਸ਼ਾ, ਡੋਡੇ ਔਰ ਅਫੀਮ ਦਾ ਨਸ਼ਾ ਕਰਦੇ ਸੀ, ਜਿਸ ਕਾਰਨ ਇਹਨਾਂ ਦੀ ਲਾਈਫ ਪੂਰੀ ਤਰ੍ਹਾਂ ਡਿਸਟਰਬ ਹੋਈ ਪਈ ਸੀਗੀ। ਔਰ ਪਾਸਟਰ ਜੀ ਆਪਣੀ ਗਵਾਹੀ ਦੇ ਵਿੱਚ ਦੱਸਦੇ ਆ ਕਿ ਸਵੇਰ ਉੱਠਣ ਤੋਂ ਬਾਅਦ ਇਹ ਸਭ ਤੋਂ ਪਹਿਲਾਂ ਸ਼ਰਾਬ ਪੀਂਦੇ ਸੀ। ਅਗਰ ਇਹਨਾਂ ਨੂੰ ਡੋਡਿਆਂ ਦਾ ਨਸ਼ਾ ਮਿਲ ਜਾਂਦਾ ਸੀ ਉਹ ਕਰ ਲੈਂਦੇ ਸੀ, ਅਗਰ ਅਫੀਮ ਮਿਲ ਜਾਂਦੀ ਸੀ ਅਫੀਮ ਖਾਣਾ ਸ਼ੁਰੂ ਕਰ ਦਿੰਦੇ ਸੀ। ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਿਰਫ ਨਸ਼ਾ ਔਰ ਨਸ਼ਾ। ਔਰ ਪਾਸਟਰ ਜੀ ਇਸ ਕਾਰਨ ਇਹ ਬ੍ਰਦਰ ਬਹੁਤ ਜ਼ਿਆਦਾ ਲੜਾਈ ਝਗੜਾ ਕਰਦੇ ਸੀ, ਆਪਣੇ ਘਰ ਦੇ ਵਿੱਚ ਵੀ ਬਹੁਤ ਜ਼ਿਆਦਾ ਲੜਾਈ ਝਗੜਾ ਕਰਦੇ ਸੀ। ਔਰ ਪਾਸਟਰ ਜੀ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਸੀ ਕਿ ਇਹਨਾਂ ਨੇ ਹਰਿਆਣਾ ਛੱਡ ਕੇ ਇਹ ਪੰਜਾਬ ਦੇ ਵਿੱਚ ਆ ਗਏ। ਔਰ ਪੰਜਾਬ ਦੇ ਵਿੱਚ ਰਾਹੋਂ ਦੇ ਨਜ਼ਦੀਕ ਪੈਂਦੇ ਪਿੰਡ ਸੈਦਪੁਰ ਕਲਾਂ ਦੇ ਵਿੱਚ ਰਹਿਣ ਲੱਗੇ। ਔਰ ਪਾਸਟਰ ਜੀ ਉਸ ਤੋਂ ਬਾਅਦ ਦੇ ਵਿੱਚ ਵੀ ਇਹਨਾਂ ਦੀ ਨਸ਼ੇ ਦੀ ਲੱਤ ਉਸੇ ਤਰ੍ਹਾਂ ਸੀ, ਸਵੇਰ ਤੋਂ ਲੈ ਕੇ ਸ਼ਾਮ ਤੱਕ ਸ਼ਰਾਬ ਪੀਂਦੇ ਸੀ। ਔਰ ਇਹਨਾਂ ਨੇ ਆਪਣੀ ਗਵਾਹੀ ਦੇ ਵਿੱਚ ਦੱਸਿਆ ਕਿ ਇੱਕ ਦਿਨ ਦੇ ਵਿੱਚ ਲਗਭਗ 2 ਤੋਂ 3 ਬੋਤਲਾਂ ਇਹ ਸ਼ਰਾਬ ਦੀਆਂ ਪੀ ਜਾਂਦੇ ਸੀ। ਔਰ ਉਸ ਦੇ ਦੌਰਾਨ ਅਗਰ ਕੋਈ ਹੋਰ ਨਸ਼ਾ ਜਿਸ ਤਰ੍ਹਾਂ ਅਫੀਮ ਜਾਂ ਡੋਡੇ ਮਿਲ ਜਾਂਦੇ ਸੀ ਉਹ ਵੀ ਖਾ ਲੈਂਦੇ ਸੀ ਪਾਸਟਰ ਜੀ। ਇਸ ਕਾਰਨ ਇਹ ਬਹੁਤ ਜ਼ਿਆਦਾ ਪਰੇਸ਼ਾਨ ਸੀ। ਇਹ ਜਿਸ ਜਗ੍ਹਾ ਕੰਮ ਕਰਨ ਜਾਂਦੇ ਸੀ ਉੱਥੇ ਵੀ ਸ਼ਰਾਬ ਦੇ ਨਸ਼ੇ ਦੇ ਕਾਰਨ ਇਹਨਾਂ ਦਾ ਲੜਾਈ ਝਗੜਾ ਹੋ ਜਾਂਦਾ ਸੀ। ਔਰ ਪਾਸਟਰ ਜਿਸ ਦਿਨ ਇਹ ਜ਼ਿਆਦਾ ਨਸ਼ਾ ਕਰ ਲੈਂਦੇ ਸੀ ਉਸ ਦਿਨ ਤਾਂ ਇਹ ਕੰਮ ਤੇ ਵੀ ਨਹੀਂ ਸੀ ਨਾ ਜਾ ਪਾਉਂਦੇ, ਕਿਉਂਕਿ ਇਹਨਾਂ ਕੋਲੋਂ ਬਿਸਤਰ ਦੇ ਉੱਪਰੋਂ ਉੱਠਿਆ ਹੀ ਨਹੀਂ ਸੀ ਜਾਂਦਾ। ਪਾਸਟਰ ਜੀ ਆਪਣੀ ਸਮੱਸਿਆ ਦੇ ਕਾਰਨ ਬਹੁਤ ਜ਼ਿਆਦਾ ਪਰੇਸ਼ਾਨ ਸੀ। ਇਹਨਾਂ ਨੇ ਸ਼ਰਾਬ ਦਾ ਨਸ਼ਾ, ਅਫੀਮ, ਡੋਡਿਆਂ ਦਾ ਨਸ਼ਾ ਛੱਡਣ ਦੀ ਬਹੁਤ ਵਾਰ ਕੋਸ਼ਿਸ਼ ਕੀਤੀ ਪਰ ਇਹ ਨਾਕਾਮਯਾਬ ਹੋਏ। ਪਾਸਟਰ ਜੀ ਲਗਾਤਾਰ ਉਸੇ ਤਰ੍ਹਾਂ ਨਸ਼ਾ ਇਹਨਾਂ ਦੇ ਜੀਵਨ ਦੇ ਵਿੱਚ ਬਣਿਆ ਰਿਹਾ ਸੀ। ਪਾਸਟਰ ਜੀ ਬਹੁਤ ਹੀ ਪਰੇਸ਼ਾਨ ਹੋ ਗਏ ਸੀ। ਫਿਰ ਇੱਕ ਦਿਨ ਪਾਸਟਰ ਜੀ ਇੱਕ ਬ੍ਰਦਰ ਇਹਨਾਂ ਨੂੰ ਮਿਲੇ ਜਿਨ੍ਹਾਂ ਨੇ ਆਪਣੀ ਗਵਾਹੀ ਇਹਨਾਂ ਦੇ ਨਾਲ ਆਪਣੀ ਟੈਸਟਮਨੀ ਸ਼ੇਅਰ ਕੀਤੀ। ਉਸ ਬ੍ਰਦਰ ਨੇ ਇਹਨਾਂ ਨੂੰ ਦੱਸਿਆ ਕਿ ਪਰਮੇਸ਼ਵਰ ਨੇ ਮੇਰੇ ਜੀਵਨ ਦੇ ਵਿੱਚ ਕੰਮ ਕੀਤਾ। ਔਰ ਉਹ ਕੰਮ ਕਿਸ ਤਰ੍ਹਾਂ ਹੋਇਆ? ਪਾਸਟਰ ਉਹਨਾਂ ਨੇ ਆਪਣੀ ਗਵਾਹੀ ਸ਼ੇਅਰ ਕੀਤੀ ਕਿ ਮੈਂ ਵੀ ਤੇਰੇ ਵਾਂਗੂ ਨਸ਼ੇ ਕਰਦਾ ਸੀ, ਮੇਰੀ ਲਾਈਫ ਵੀ ਅੰਧਕਾਰ ਦੇ ਵਿੱਚ ਸੀ। ਔਰ ਪਰਮੇਸ਼ਵਰ ਦੇ ਸੱਚੇ ਭਵਨ ਅੰਮ੍ਰਿਤ ਸੰਧੂ ਮਿਨਿਸਟਰੀ ਔਰ ਚਰਚ ਦੇ ਵਿੱਚ ਜਦੋਂ ਮੈਂ ਗਿਆ, ਪਰਮੇਸ਼ਵਰ ਦੇ ਵਚਨ ਨੂੰ ਗ੍ਰਹਿਣ ਕੀਤਾ, ਉਸ ਤੋਂ ਬਾਅਦ ਮੇਰੇ ਜੀਵਨ ਨੂੰ ਪਰਮੇਸ਼ਵਰ ਨੇ ਬਦਲਿਆ। ਉਹਨਾਂ ਨੇ ਆਪਣੀ ਗਵਾਹੀ ਇਸ ਬ੍ਰਦਰ ਦੇ ਨਾਲ ਸ਼ੇਅਰ ਕੀਤਾ ਔਰ ਉਸ ਬ੍ਰਦਰ ਨੇ ਪੂਰੇ ਵਿਸ਼ਵਾਸ ਨਾਲ ਰਿਸੀਵ ਕੀਤਾ। ਉਸ ਤੋਂ ਬਾਅਦ ਇਹਨਾਂ ਨੇ ਚਰਚ ਦੇ ਵਿੱਚ ਆਉਣਾ ਸਟਾਰਟ ਕੀਤਾ। ਔਰ ਇਹ ਬ੍ਰਦਰ ਦੱਸਦੇ ਆ ਕਿ ਜਿਸ ਦਿਨ ਇਹ ਪਹਿਲੀ ਵਾਰ ਚਰਚ ਦੇ ਵਿੱਚ ਆਏ, ਇਹਨਾਂ ਨੇ ਪਰਮੇਸ਼ਵਰ ਦੇ ਵਚਨ ਨੂੰ ਸੁਣਿਆ ਔਰ ਉਸੇ ਦਿਨ ਪਾਸੀ ਤੁਸੀਂ ਘੋਸ਼ਣਾ ਕੀਤੀ ਕਿ ਸ਼ਰਾਬ ਦਾ ਨਸ਼ਾ, ਡੋਡੇ ਅਫੀਮ ਦਾ ਨਸ਼ਾ, ਜੋ ਵੀ ਤੁਸੀਂ ਨਸ਼ਾ ਕਰਦੇ ਹੋ, ਦੁਸ਼ਟ ਆਤਮਾ, ਨਸ਼ੇ ਦੀ ਆਤਮਾ ਤੁਹਾਨੂੰ ਛੱਡ ਕੇ ਜਾ ਰਹੀ ਆ। ए दुष्ट आत्मा, ए नशे की आत्मा, मैं तुझे यीशु के नाम में हुक्म देता हूं, निकला बाहर, चल निकला बाहर, चल निकल यीशु के नाम में, यीशु के नाम में, आउट आउट। ਪਾਸਟਰ ਜੀ ਇਸ ਡਿਕਲੇਰੇਸ਼ਨ ਨੂੰ ਰਿਸੀਵ ਕਰਨ ਤੋਂ ਬਾਅਦ ਇਸ ਬ੍ਰਦਰ ਦੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਬਦਲਾਅ ਆਇਆ, ਇਸ ਬ੍ਰਦਰ ਦੀ ਜ਼ੁਬਾਨੀ ਆਪਾਂ ਸੁਣਾਂਗੇ। ਪਾਸਟਰ ਜੀ ਮੇਰਾ ਨਾਮ ਵਿਨੋਦ ਹੈ ਜੀ। ਅੱਛਾ 30 ਸਾਲ ਤੋਂ ਤੁਸੀਂ ਡਰਿੰਕ ਕਰਦੇ ਸੀਗੇ? ਹਾਂਜੀ। ਸ਼ਰਾਬ ਪੀਂਦੇ ਸੀ? ਹਾਂਜੀ। ਉਹ ਦਿਨ ਰਾਤ ਪੀਂਦੇ ਰਹਿੰਦੇ ਹੁੰਦੇ ਸੀ? ਹਾਂਜੀ। ਕਿੰਨੀਆਂ ਕਿੰਨੀਆਂ ਬੋਤਲਾਂ ਸ਼ਰਾਬ ਪੀਂਦੇ ਸੀ? ਖੁੱਲ ਕੇ ਦੱਸੋ ਆਪਣਾ, ਕੀ ਕੀ ਤੁਹਾਡੇ ਹਾਲਾਤ ਸੀਗੇ ਉਦੋਂ? ਮੈਂ ਜੀ ਦੋ ਬੋਤਲ, ਡੇਢ 2 ਬੋਤਲਾਂ ਰੋਜ਼ ਪੀ ਦਿੰਦਾ ਸੀ। ਅੱਛਾ 1.5-2 ਬੋਤਲਾਂ ਰੋਜ਼ ਪੀਂਦੇ ਹੁੰਦੇ ਸੀ ਤੁਸੀਂ? ਹਾਂਜੀ। ਨਾਲ ਡੋਡੇ ਫੀਮ ਵੀ ਖਾ ਲੈਂਦਾ ਸੀ। ਅੱਛਾ ਡੋਡੇ ਫੀਮ ਤੁਸੀਂ ਨਾਲ ਖਾਂਦੇ ਹੁੰਦੇ ਸੀ? ਹਾਂਜੀ। ਇਸ ਦੇ ਕਾਰਨ ਕੀ ਪ੍ਰੋਬਲਮ ਹੁੰਦੀ ਸੀ ਘਰ ਦੇ ਵਿੱਚ? ਹਾਲਾਤ, ਤੁਹਾਡੀ ਲਾਈਫ ਦੇ ਹਾਲਾਤ ਕੀ ਹੋ ਗਏ ਸੀਗੇ? ਮੈਨੂੰ ਜੀ ਕੁਝ ਪਤਾ ਨਹੀਂ ਲੱਗਦਾ ਸੀ, ਬਸ ਲੜਾਈ ਝਗੜਾ ਕਰ ਲੈਂਦਾ ਜੀ ਨਸ਼ੇ ਕਰਕੇ। ਉਹ ਲੜਾਈ ਝਗੜਾ ਕਰਦੇ ਰਹਿੰਦੇ ਸੀ ਪਰਿਵਾਰ ਦੇ ਵਿੱਚ? ਹਾਂਜੀ। ਕਈ ਵਾਰ ਤੁਸੀਂ ਅਗਰ ਤੁਸੀਂ ਰੋਡ ਤੇ ਗਿਰ ਵੀ ਜਾਂਦੇ ਹੁੰਦੇ ਸੀ ਨਸ਼ੇ ਦੇ ਹਾਂਜੀ। ਕਾਰਨ? ਹਾਂਜੀ। ਜੰਗਲ 'ਚ ਵੀ ਪੜ ਜਾਂਦਾ ਜੀ ਕਈ ਵਾਰੀ। ਓਕੇ। ਹਾਂਜੀ। ਤੁਸੀਂ ਸ਼ਰਮਿੰਦਗੀ ਦੇ ਵਿੱਚ ਸੀਗੇ ਔਰ ਕਾਫੀ ਘਰ ਦੇ ਵਿੱਚ ਲੜਾਈ ਝਗੜਾ ਹੋ ਰਹੇ ਸੀ? ਹਾਂਜੀ। ਕਿੰਨੇ ਸਾਲ ਤੋਂ ਤੁਸੀਂ ਨਸ਼ੇ ਦੇ ਨਾਲ ਜਕੜੇ ਹੋਏ ਸੀਗੇ? ਨਾ ਜੀ 30 ਸਾਲ ਦੀ ਗੱਲ। ਓਕੇ 30 ਸਾਲ ਹਾਂਜੀ। ਤੋਂ ਤੁਸੀਂ ਨਸ਼ੇ ਨਾਲ ਜਕੜੇ ਹੋਏ ਸੀਗੇ? ਹਾਂਜੀ। ਅੱਛਾ ਤੁਸੀਂ ਹਰਿਆਣੇ ਤੋਂ? ਹਾਂਜੀ। ਅੱਛਾ ਤੁਸੀਂ ਸੈਦਪੁਰ ਕਿਉਂ ਆ ਗਏ? ਸੈਦਪੁਰ ਕਲਾ ਤੁਸੀਂ ਆਏ, ਇੱਥੇ ਲਿਖਿਆ ਇੱਥੇ ਜੀ ਸੈਦਪੁਰ ਕਲਾ ਲਿਖਿਆ ਜੀ। मैं शायद पंजाब लड़के घर से पंजाब से आ गया। ओके। अच्छा मैं सब कुछ छट छुट के लड़ हाँ जी। बस ओके। आके जी भूल गया घर, यहीं पे रहने लग गया। यहीं पे रहने लगे? हाँ जी। फिर आपको कोई लड़का मिला? हाँ क्या उसने बताया? उसने बताया जी वो चरच में आया जी, वो भी ऐसे ही मेरे हालात में सी ਤੇ ਉਹ ਠੀਕ ਹੋਇਆ ਤੇ ਉਹਨੂੰ ਮੈਨੂੰ ਲੋ ਲੈ ਕੇ ਆਇਆ, ਮੈਨੂੰ ਉਹਨੂੰ ਬਤਾਇਆ ਉਸਨੇ। तो जी मैं फिर चर्च में आया जी, इधर रिसीव की पहली बार रिसीव की जी। उसके बाद आज तक कोई मुँह नहीं लाया जी किसी ने गलों। और कितने महीने हो चुके थे नशे तो बिल्कुल फ्री हो? हाँ जी 1.5 साल हो गया जी। 1.5 साल हो चुका है? हाँ जी। बिल्कुल नशे तो फ्री हो? हाँ जी। अगर मैं वो क्लिप देखूं, वो सर्दियों का क्लिप था, न्यू ईयर वाले महीनों में, और 1.5 साल हो चुका है उस घोषणा को रिसीव करने के बाद। आप इस नशे से बिल्कुल फ्री हो चुके हैं, शराब सारी छोड़ चुके हो जो दिन रात। क्या आपकी गवाही में लिखा है कि आप खाना भी नहीं खाते थे और सुबह से ही शुरुआत से शुरू करते थे हाँ और रात को ही शराब पी के सोते थे? हाँ जी। हाँ जी।
और 3-4 पत्ते आप गोलियों के खाते थे, हाँ जी, और जितना भी आप कमाते थे नशे में सारा खत्म कर देते थे। हाँ जी, हाँ जी, और नशा जब आपका इतना बढ़ जाता तो लड़ाई झगड़ा होता था घर में, हाँ जी, हाँ जी, आपकी बॉडी कंट्रोल में ना रहती थी। नहीं जी, आपकी कंडीशन को देखकर बहुत बहुत ज़्यादा आप चिंतित होने लगे। हाँ जी, और फिर आपका किसी फ्रेंड ने आपको बताया चर्च के बारे में, चर्च आए, फर्स्ट टाइम चर्च आए, घोषणा रिसीव की, हाँ जी। तब से आप इस नशे से बिल्कुल फ्री हैं। अब आप 1.5 साल हो चुके हैं, हाँ जी, आप फ्री हैं। हाँ जी। तारीफ करें जोर से, जोर से, जोर से, जोर से, जोर से, जोर से तारीफ करो परमेश्वर की, बोलो हालेलुया। यदि आपने हमारे YouTube चैनल को सब्सक्राइब नहीं किया तो आप YouTube पर जाकर अमृत संधू मिनिस्ट्रीज सर्च करें, हमारे वीडियोस को देखें। लाइक करें, शेयर करें, सब्सक्राइब करें और बेल आइकन को दबाना मत भूलें। आप हमारे फेसबुक पेज को भी लाइक कर सकते हैं ताकि आप परमेश्वर के दास पास्टर अमृत संधू जी द्वारा दिए गए वचनों, प्रार्थनाओं और प्रॉफिटिक वर्ड्स को ग्रहण कर सकते हैं। आप हमें इंस्टाग्राम पर भी फॉलो करें क्योंकि हमारे आत्मिक पिता पास्टर अमृत संधू जी का यह विज़न है कि हम आने वाले दिनों में हर एक माध्यम के द्वारा लोगों को परमेश्वर के वचनों से भरेंगे और परमेश्वर के नाम को ऊंचा करेंगे। इसलिए आप हमें YouTube पर सब्सक्राइब, Facebook पर लाइक और Instagram पर फॉलो करें ताकि आपको आने वाली हर एक अपडेट का पता चल सके। सभी को जय मसीह की। प्रभु आप सबको आशीष दे।